ਸਰ ਮੇਰਾ ਕਸੂਰ ਦੱਸ ਦਿਓ। ਇਹਨਾਂ ਜਾਂਦੇ ਮੇਰੇ ਤੇ ਤਸ਼ੱਦਦ ਸਟਾਰਟ ਕੀਤਾ, ਮੇਰੀਆਂ ਲੱਤਾਂ ਨੂੰ ਵੀ ਇਸ ਤਰ੍ਹਾਂ ਖੋਲ ਕੇ ਮੇਰੇ ਟੈਸਟਿਸ ਦੇ ਉੱਤੇ ਛਿੱਤਰ ਮਾਰਦੇ ਰਹੇ ਨੇ। ਮੇਰੇ ਕਮਰ ਦੇ ਉੱਪਰ ਜਿਹੜਾ ਨਾ ਉਹ ਚਾਦਰ ਰੱਖ ਕੇ ਬੱਟ ਪਿਸਟਲ ਵੀ ਮਾਰੇ, ਇਹਨਾਂ ਨੇ ਕੋਹਨੀਆਂ ਨਾਲ ਵੀ ਮੇਰੇ ਨਾਲ ਤਸ਼ੱਦਦ ਕੀਤਾ। ਅਮਜਦ ਕਾਂਸਟੇਬਲ ਸੀਆਈਏ ਦਾ ਸੀ, ਇੱਕ ਗੁਲਜ਼ੇਬ ਕਾਂਸਟੇਬਲ ਸੀਆਈਏ ਦਾ, ਬਾਕੀ ਜਿਹੜਾ ਇੱਕ ਦੋ ਨੇ, ਇੱਕ ਯਾਨੀ ਕਿ ਮੋਟਰਸਾਈਕਲ ਦਾ ਸੀ, ਇੱਕ ਵਕੂ ਵਾਲੀ ਜਗ੍ਹਾ ਤੇ ਸੀ। ਮੈਂ ਉਹਨਾਂ ਦੇ ਵੀ ਸਾਹਮਣੇ ਆਉਣ ਤੇ ਸ਼ਨਾਖਤ ਕਰ ਸਕਣਾ ਵਾ। अस्सलाम वालेकुम, मैं मौसम जट ते तुसी वेख रहे हो जुर्म कहानी। अज दी जुर्म कहानी दे विच दो पुलिस एहलकार जिन्हां ने मुजम्मल नामी शहरी नूं अगवा किया, उहदे तो बाद 30 लाख रुपए की डिमांड की कि 30 लाख दे ते तेरी जान छुट्टी है। इहदी सारी की कहानी आ, असी इस सारी कहानी का जांच पड़ताल करांगे और उस मुजम्मल नाल गल करांगे कि किंज तेरे को सीआईए स्टाफ के लोगों ने पैसे मंगे और किंज ट्रांसफर किए। सारी अज दी जुर्म कहानी दे विच गल होई। सीआईए ਦੇ ਦੋ ਮੁਲਾਜ਼ਮ एफआईए ਦੇ ਮੁਲਾਜ਼ਮ ਬਣ ਕੇ ਇੱਕ ਸ਼ਹਿਰੀ ਨੂੰ ਅਗਵਾ ਕਰਦੇ ਨੇ। ਅਗਵਾ ਤੋਂ ਬਾਅਦ ਉਹਦੇ ਕੋਲੋਂ ਭੱਤਾ ਮੰਗਦੇ ਨੇ। ਕਿੰਨਾ ਭੱਤਾ ਮੰਗਦੇ ਨੇ? ਮੁਜ਼ੰਮਲ ਸਾਡੇ ਨਾਲ ਮੌਜੂਦ ਹੈ ਜਿਹਨੂੰ ਅਗਵਾ ਕੀਤਾ। ਸਾਰੀ ਕਹਾਣੀ ਮੁਜ਼ੰਮਲ ਕੋ ਸੁਣਦੇ ਆ ਕਿ ਮੁਜ਼ੰਮਲ ਨੂੰ ਕਿਸ ਤਰ੍ਹਾਂ ਅਗਵਾ ਕੀਤਾ। ਮੁਜ਼ੰਮਲ ਦੱਸਿਓ ਜ਼ਰਾ ਕਿ ਕਿੱਦਾਂ ਤੁਹਾਨੂੰ ਅਗਵਾ ਕੀਤਾ, ਉਸ ਤੋਂ ਬਾਅਦ ਕਿੱਦਾਂ ਤੁਹਾਡੇ ਕੋਲ ਪੈਸੇ ਮੰਗਵਾਉਂਦੇ ਨੇ, ਕੀ ਸਾਰੀ ਕਹਾਣੀ ਸ਼ੁਰੂ ਹੁੰਦੀ ਕਿੱਥੋਂ? ਮੈਂ ਮੁਹੰਮਦ ਮੁਜ਼ੰਮਲ, ਹਾਫਜ਼ ਮੁਹੰਮਦ ਮੁਜ਼ੰਮਲ BBA ਦਾ ਸਟੂਡੈਂਟ ਹਾਂ। ਮੈਂ ਇਹਨਾਂ ਮੁਲਾਜ਼ਮਾਂ ਦਾ ਕਰਕੇ ਜਰਾ ਨਾ ਮੇਰੇ ਨਾਲ ਜਿਹੜਾ ਵਕੂਆ ਪੇਸ਼ ਉਹਦਾ ਕਰਕੇ ਮੈਂ ਆਪਣੇ BBA ਦੇ ਵਿੱਚੋਂ ਫੇਲ ਹੋ ਗਿਆ। ਮੈਂ ਆਪਣੇ ਐਗਜ਼ਾਮ ਨਹੀਂ ਦੇ ਸਕਿਆ। ਮੈਂ ਪੈਟਰੋਲ ਪੰਪ ਤੋਂ ਤੇਲ ਡਲਵਾਉਣ ਜਾ ਰਿਹਾ ਫਰਕ ਨਵਾਜ਼ ਦੀ ਐਪਲੀਕੇਸ਼ਨ ਟਾਈਪ ਕਰਨ ਤੋਂ ਬਾਅਦ ਇਹਦੇ ਘਰੋਂ ਨਿਕਲਿਆ ਵਾਂ। ਮੈਨੂੰ ਨਾਲ ਹੀ ਦੋ ਮੋਟਰਸਾਈਕਲਾਂ ਦੇ ਉੱਤੇ 3 ਨਾਮਾਲੂਮ ਅਫਰਾਦ ਆਏ ਨੇ, ਜਿਨ੍ਹਾਂ ਦੇ ਵਿੱਚ ਇੱਕ ਫਰਕ ਨਵਾਜ਼ ਦੇ ਨਾਲ ਜਿਹੜਾ ਸੀ ਇਹਨੇ ਭੇਜੇ ਹੋਏ ਬੰਦੇ ਸਨ। ਇਹਦੇ ਨਾਲ ਇੱਕ ਅਮਜਦ ਕਾਂਸਟੇਬਲ CIA ਦਾ ਸੀ, ਇੱਕ ਗੁਲਜ਼ੇਬ ਕਾਂਸਟੇਬਲ CIA ਦਾ, ਬਾਕੀ ਜਿਹੜਾ ਇੱਕ ਦੋ ਨੇ, ਇੱਕ ਯਾਨੀ ਕਿ ਮੋਟਰਸਾਈਕਲ ਦਾ ਸੀ, ਇੱਕ ਵਕੂ ਵਾਲੀ ਜਗ੍ਹਾ ਤੇ ਸੀ। ਮੈਂ ਉਹਨਾਂ ਦੇ ਵੀ ਸਾਹਮਣੇ ਆਉਣ ਤੇ ਸ਼ਨਾਖਤ ਕਰ ਸਕਣਾ ਵਾ। ਇਹਨਾਂ ਨੇ ਮੈਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਇੱਥੇ ਸਿਟੀ ਥਾਣੇ ਦੇ ਕੁਆਟਰਾਂ ਦੇ ਵਿੱਚ ਲੈ ਕੇ ਉੱਥੇ ਜਾ ਕੇ ਮੇਰੇ ਨਾਲ ਤਸ਼ੱਦਦ ਸ਼ੁਰੂ ਕਰ ਦਿੱਤਾ। ਮੈਂ ਇਹਨਾਂ ਨੂੰ ਪੁੱਛਦਾ ਰਿਹਾ ਕਿ ਸਰ ਮੇਰਾ ਗੁਨਾਹ ਦੱਸ ਦਿਓ, ਸਰ ਮੇਰਾ ਕਸੂਰ ਦੱਸ ਦਿਓ। ਇਹਨਾਂ ਜਾਂਦੇ ਮੇਰੇ ਤੇ ਤਸ਼ੱਦਦ ਸਟਾਰਟ ਕੀਤਾ, ਮੇਰੀਆਂ ਲੱਤਾਂ ਨੂੰ ਵੀ ਇਸ ਤਰ੍ਹਾਂ ਖੋਲ ਕੇ ਮੇਰੇ ਟੈਸਟਿਸ ਦੇ ਉੱਤੇ ਛਿੱਤਰ ਮਾਰਦੇ ਰਹੇ ਨੇ। ਮੇਰੇ ਕਮਰ ਦੇ ਉੱਪਰ ਜਿਹੜਾ ਨਾ ਉਹ ਚਾਦਰ ਰੱਖ ਕੇ ਬੱਟ ਪਿਸਟਲ ਵੀ ਮਾਰੇ, ਇਹਨਾਂ ਨੇ ਕੋਹਨੀਆਂ ਨਾਲ ਵੀ ਮੇਰੇ ਨਾਲ ਤਸ਼ੱਦਦ ਕੀਤਾ। ਮੇਰੇ ਘਰਦਿਆਂ ਨੂੰ ਬਲੈਕਮੇਲ ਵੀ ਕੀਤਾ ਗਿਆ। ਇਹਨਾਂ ਨੇ ਇਹਨਾਂ ਨੇ ਮੈਨੂੰ ਕਿਹਾ ਜੀ ਘਰੋਂ ਕਿਸੇ ਨੂੰ ਬੁਲਾਓ ਜਿਹੜਾ ਤੁਹਾਡੇ ਵਾਸਤੇ ਆਵੇ, ਤੈਨੂੰ ਛੁਡਵਾ ਕੇ ਲੈ ਕੇ ਇੱਥੋਂ ਜਾ ਸਕੇ। ਅਸੀਂ FIA ਮੁਲਤਾਨ ਤੋਂ ਆ। ਮੈਂ ਆਪਣੇ ਭਾਈਆਂ ਦੇ ਨੇਮ ਲਏ, ਆਪਣੇ ਬਹਿਨੋਈ ਦਾ ਨੇਮ ਲਿਆ। ਮੇਰੇ ਦਾਦਾ ਬੂ ਲੱਗਦੇ ਬਾਬਾ ਮੁਹੰਮਦ ਤਾਜ, ਮੈਂ ਉਹਨਾਂ ਦਾ ਨਾਮ ਲਿਆ। ਮਿਲੀ ਸ਼ੂਜ਼ ਦੇ ਓਨਰ ਕੁਰਬਾਨ ਚਾਚੂ ਮੇਰੇ ਲੱਗਦੇ, ਮੈਂ ਉਹਨਾਂ ਦਾ ਨਾਮ ਲਿਆ। ਮੈਂ ਰਾਣਾ ਸ਼ਫੀਕ ਸਾਹਿਬ ਦਾ ਨਾਮ ਲਿਆ, ਰਾਣਾ ਜਬਾਰ ਸਾਹਿਬ ਦਾ ਨਾਮ ਲਿਆ, ਲੇਕਿਨ ਇਹ ਕਿਸੇ ਤੇ ਮੁਤਮਿਨ ਨਹੀਂ ਹੋਏ। ਇਹ ਮੁਤਮਿਨ ਹੋਏ ਨੇ ਕਿ ਜੀ ਸੁਫਿਆਨ ਨੂੰ ਕਾਲ ਕਰ। ਸੁਫਿਆਨ ਤੇਰਾ ਕੀ ਲੱਗਦਾ ਜੀ? ਮੈਂ ਮੇਰਾ ਚਾਚੂ ਲੱਗਦੇ ਨੇ। ਇਹ ਉਹਨਾਂ ਨੂੰ ਕਾਲ ਕਰ। ਸੁਫਿਆਨ ਨੂੰ ਇਹਨਾਂ ਨੇ ਮੇਰੇ ਕੋਲ ਕਾਲ ਕਰਵਾਈ, ਫੈਜ਼ਾਨ ਨੂੰ ਇਹਨਾਂ ਨੇ ਮੇਰੇ ਕੋਲ ਕਾਲ ਕਰਵਾਈ। ਫਿਰ ਇਹਨਾਂ ਨੇ ਕਿਹਾ ਜੀ ਇਹਨਾਂ ਦੇ ਪਿੱਛੇ ਕੌਣ ਹੈ? ਮੈਂ ਕਿਹਾ ਜੀ ਫਰਕ ਨਵਾਜ਼। ਜੀ ਫਰਕ ਨਵਾਜ਼ ਦਾ ਤੇਰੇ ਕੋਲ ਨੰਬਰ ਹੈ? ਮੈਂ ਹਾਂਜੀ ਹੈ। ਇਹ ਜੀ ਉਹਨੂੰ ਕਾਲ ਕਰ, ਫਰਕ ਨਵਾਜ਼ ਨੂੰ ਕਾਲ ਕਰਵਾਈ। ਖੈਰ ਇਹਨਾਂ ਨੇ ਕੰਟੈਕਟ ਉਸ ਟਾਈਮ ਕੀਤਾ 2-3 ਕਾਲਾਂ ਉੱਤੇ, ਮੇਰੀ ਕਾਲ ਰਿਸੀਵ ਨਹੀਂ ਕੀਤੀ। ਇਹਨਾਂ ਨੇ ਜਦੋਂ ਉਹਨਾਂ ਨਾਲ ਕੰਟੈਕਟ ਹੋਇਆ, ਮੇਰੇ ਜਿਹੜੇ ਸਾਹਮਣੇ ਇਹਨਾਂ ਨਾਲ ਗੱਲ ਹੋਈ ਹੈ, ਇਹਨਾਂ ਕਿਹਾ ਜੀ ਇਹ 4-5 ਬੱਚੇ ਨੇ ਜਿਹੜੇ ਅਕਾਊਂਟਾਂ ਦੇ ਵਿੱਚੋਂ ਪੈਸੇ ਚੋਰੀ ਕਰਦਿਆਂ ਫੜੇ ਗਏ। ਇਹਨਾਂ ਨੇ 6-7 ਮਹੀਨਿਆਂ ਦੇ ਉੱਤੇ ਇਹਨਾਂ ਦੇ ਉੱਪਰ FIA ਦਾ ਕੇਸ ਹੈ। FIA ਮੁਲਤਾਨ ਤੋਂ ਅਸੀਂ ਆਏ ਹਾਂ। ਇੰਨੀ ਗੱਲ ਕਰਦੇ ਹਾਂ, ਅਮਜਦ ਉਸ ਰੂਮ ਦੇ ਵਕੂ ਵਾਲੇ ਰੂਮ ਤੇ ਜਿੱਥੇ ਫੁੱਲ ਅੰਧੇਰਾ ਸੀ, ਉਹ ਰੂਮ ਤੋਂ ਬਾਹਰ ਚਲਾ ਗਿਆ। ਮੈਂ ਜਿਸ ਟਾਈਮ ਬਾਅਦੋਂ ਕਾਲ ਹਿਸਟਰੀ ਦੇਖੀ, ਮੇਰੇ ਕਾਲ ਤੋਂ ਤਕਰੀਬਨ 2 ਮਿੰਟ ਪਲੱਸ ਜਿਹੜੀ ਉਹ ਕਾਲ ਚੱਲੀ ਹੈ। ਠੀਕ। ਇਹਨਾਂ ਨੇ ਸਰ ਬਾਹਰ ਜਾ ਕੇ ਕੀ ਗੱਲ ਕੀਤੀ, ਵੱਲਾ ਆਲਮ। ਇਹ CDR ਨਿਕਲਵਾਇਆ। ਇਨਸ਼ਾਅੱਲਾ ਪੁਲਿਸ ਨੂੰ ਜਰਾ ਨਾ ਉਹ ਸਾਰਾ ਪਤਾ ਚੱਲ ਜਾਏਗਾ ਜੀ। ਅੱਛਾ, ਉਸ ਤੋਂ ਬਾਅਦ ਤੈਨੂੰ ਕਿੱਦਾਂ ਕਹਿੰਦੇ ਰਹੇ ਕਿ ਆਪਣੇ ਘਰ ਵਾਲੇ ਕੋਲ ਪੈਸੇ ਮੰਗਾ? ਇਹ ਸਾਰੀ ਕੀ ਗੱਲਬਾਤ ਤੁਹਾਡੇ ਜਿਹੜੇ 10,35,000 ਕੋ 500 ਮੰਗਵਾਇਆ? ਸਰ ਇਸ ਦੇ ਵਿੱਚ ਮੈਨੂੰ ਕਾਫੀ ਦੇਰ ਬਾਅਦ ਅਰਾਊਂਡ 10-11 ਵਜੇ ਦੇ ਕਰੀਬ ਜਦੋਂ ਮੈਨੂੰ ਸੁਫਿਆਨ ਨਾਲ ਮੇਰਾ ਦੁਬਾਰਾ ਕੰਟੈਕਟ ਹੋਇਆ, ਸੁਫਿਆਨ ਸਾਹਿਬ ਨੇ ਮੈਨੂੰ WhatsApp ਤੇ ਕਾਲ ਕੀਤੀ। ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਇਹ 30 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਨੇ ਤੇ ਉਹ ਕਹਿੰਦੇ ਨੇ ਜੀ 20 ਲੱਖ ਰੁਪਇਆ ਮੌਲਵੀ, ਯਾਨੀ ਕਿ ਮੀਨਸ ਕਿ ਮੈਂ ਅੰਦਰ ਮੰਨੀ ਬੈਠਾ, ਜਦਕਿ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ। ਮੇਰੇ ਘਰਦਿਆਂ ਕੋਲੋਂ ਬਲੈਕਮੇਲ ਕਰਕੇ 30 ਲੱਖ ਦੀ ਡਿਮਾਂਡ ਕੀਤੀ ਗਈ ਹੈ। ਇਹਨਾਂ ਨੇ 11 ਵਜੇ ਦੇ ਕਰੀਬ ਮੇਰੇ ਤੇ ਜਿਹੜਾ ਅਮਜਦ ਨੇ ਤਸ਼ੱਦਦ ਕਰਕੇ, ਅਮਜਦ ਨੇ ਤੇ ਗੁਲਜ਼ੇਬ ਨੇ ਮੇਰੇ ਵਾਲਟ ਦੇ ਵਿੱਚੋਂ ਮੇਰਾ ATM ਪਾਸਵਰਡ ਲੈ ਕੇ ਫਰਕ ਨਵਾਜ਼ ਨੂੰ ਮੇਰਾ ਪਾਸਵਰਡ, ਇਹਨਾਂ ਨੇ ATM ਕਾਰਡ ਮੇਰਾ ਮੁਹੱਈਆ ਕੀਤਾ। ਮੇਰੇ ਕੋਲ ਜ਼ਬਰਦਸਤੀ ਇਹਨਾਂ ਨੇ ਪਾਸਵਰਡ ਲੈ ਕੇ ਇਹਨਾਂ ਨੇ ATM ਕਾਰਡ ਦੇ ਅਮਜਦ ਜਿਹੜਾ ਫਰਕ ਨਵਾਜ਼ ਹੈ, ਇਹਨੇ ਮੇਰੇ ATM ਕਾਰਡ ਤੋਂ 2.5 ਲੱਖ ਰੁਪਏ ਦੀ ਜਿਹੜੀਆਂ ਟ੍ਰਾਂਜੈਕਸ਼ਨ ਕਰਵਾਈਆਂ। ਪਹਿਲੇ 50,000 ਦੀ ਕਰਵਾਈ, ਫਿਰ 50,000 ਦੀ ਕਰਵਾਈ, ਫਿਰ ਡੇਟ ਚੇਂਜ ਹੋਣ ਤੋਂ ਬਾਅਦ 12:05 ਤੇ ਫਿਰ 1 ਲੱਖ ਰੁਪਏ ਦੀ ਇਹਨਾਂ ਨੇ ਮੇਰੇ ਕੋਲ ਟ੍ਰਾਂਜੈਕਸ਼ਨ ਕਰਵਾਈ। ਫਸਟ 50,000 ਦੀ ਕਰਵਾਈ, ਫਿਰ 1 ਲੱਖ ਦੀ, ਫਿਰ 1 ਲੱਖ ਦੀ ਮੇਰੇ ਕੋਲ ਇਹਨਾਂ ਨੇ ਟ੍ਰਾਂਜੈਕਸ਼ਨ ਕਰਵਾਈ, ਜਿਹਦੇ ਮੇਰੇ ਕੋਲ ਪ੍ਰੂਫ ਨੇ ਸਾਰੇ ਅਵੇਲੇਬਲ ਨੇ। ਅੱਛਾ, ਮੈਨੂੰ ਤੁਸੀਂ ਇਹ ਦੱਸੋ, ਜਦੋਂ ਤੁਹਾਨੂੰ ਉਹਨਾਂ ਨੇ ਫੜ ਕੇ ਲੈ ਗਏ, ਤੁਹਾਨੂੰ ਉਹਨਾਂ ਨੇ ਪਹਿਲੇ ਕੀ ਕਿਹਾ, ਤੇਰਾ ਕਸੂਰ ਕੀ ਹੈਗਾ? ਸਰ ਇਹੀ ਗੱਲ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਤਕਰੀਬਨ 8 ਵਜੇ ਤੱਕ। ਮੈਨੂੰ ਪਤਾ ਹੀ ਨਹੀਂ ਸੀ ਕਿ ਇਹ FIA ਮੁਲਤਾਨ ਤੋਂ ਨੇ।
ਜਿੰਨੀ ਦੇਰ ਤੱਕ ਮੇਰੇ ਘਰਦਿਆਂ ਨਾਲ ਜਾਂ ਸੁਫਿਆਨ ਨਾਲ ਜਾਂ ਮੇਰੇ ਬਹਿਨੋਈ ਨਾਲ ਮੇਰੀ ਗੱਲ ਨਹੀਂ ਹੋਈ, ਮੈਨੂੰ ਉਨੀ ਦੇਰ ਤੱਕ ਪਤਾ ਹੀ ਨਹੀਂ ਸੀ ਕਿ ਇਹ ਮੁਲਤਾਨ ਤੋਂ ਆਏ ਹੋਏ ਨੇ, ਇਹ FIA ਦੇ ਮੁਲਾਜ਼ਮ ਨੇ। ਅੱਛਾ, ਸਭ ਤੋਂ ਪਹਿਲੇ ਕਾਲ ਇਹਨਾਂ ਨੇ ਕਿਹਨੂੰ ਕੀਤੀ ਕਿ ਤੁਹਾਡੇ ਵਾਸਤੇ ਇੰਨੇ ਪੈਸੇ ਲੈ ਕੇ ਆਓ ਤੁਹਾਨੂੰ ਛੱਡਣ ਵਾਸਤੇ? ਸਰ ਇਹਨਾਂ ਦੇ ਬਕੋਲ ਜਿਹੜਾ ਇਹਨਾਂ ਨੇ ਕੰਟੈਕਟ ਕੀਤਾ ਉਹ ਸੁਫਿਆਨ ਨਾਲ ਤੇ ਫਰਕ ਨਵਾਜ਼ ਨਾਲ ਇਹਨਾਂ ਨੇ ਕੰਟੈਕਟ ਕੀਤਾ ਸਭ ਤੋਂ ਪਹਿਲੇ। ਅੱਛਾ, ਉਹਨੂੰ ਕੀ ਕਿਹਾ ਪੈਸੇ ਲੈ ਕੇ ਆ? ਜੀ ਪੈਸੇ ਲੈ ਕੇ ਆਓ ਤੇ ਫਿਰ ਤੁਹਾਡਾ ਮੁੰਡਾ ਛੁੱਟੇਗਾ। ਇਹਨਾਂ ਇਹ 4-5 ਮੁੰਡਿਆਂ ਨਾਲ ਡਾਲ ਕੇ ਜਿਹੜਾ ਸਕੈਮ ਕੀਤਾ ਵਾ, ਇਹਨਾਂ ਨੇ ਅਕਾਊਂਟਾਂ 'ਚੋਂ ਪੈਸਾ ਚੋਰੀ ਕੀਤਾ, ਬਹੁਤ ਵੱਡਾ ਇਹਨਾਂ ਨੇ ਸਕੈਮ ਪਾਇਆ। ਅਗਰ ਇਹਨਾਂ ਨੂੰ 2 ਘੰਟੇ ਦੇ ਵਿੱਚ ਤੁਸੀਂ ਇਹ ਮੁੰਡੇ ਦੇ ਪੈਸੇ ਲੈ ਕੇ ਆ ਗਏ ਤਾਂ ਠੀਕ ਹੈ, ਨਹੀਂ ਤੇ ਮੁੰਡਾ ਤੁਹਾਡਾ ਮੁਲਤਾਨ ਲੈ ਜਾਵਾਂਗੇ। ਮੇਰੇ ਵੱਡੇ ਭਾਈ ਨੇ ਇਸ ਗੱਲ ਨੂੰ ਮਨਾ ਵੀ ਕੀਤਾ ਕਿ ਠੀਕ ਹੈ ਕੋਈ ਨਹੀਂ, ਸਾਡੇ ਕੋਲ ਪੈਸੇ ਕੋਈ ਨਹੀਂ ਹੈਗੇ, ਤੁਸੀਂ ਇਹਨੂੰ ਮੁਲਤਾਨ ਲੈ ਜਾਵੋ, ਕੋਈ ਨਹੀਂ ਮਸਲਾ, ਸਾਡਾ ਮੁੰਡਾ ਕਿਸੇ ਵੀ ਇਲੀਗਲ ਐਕਟੀਵਿਟੀਜ਼ ਦੇ ਵਿੱਚ ਮੁਲਵਸ ਨਹੀਂ ਹੈ, ਅਸੀਂ ਆਪਣੇ ਮੁੰਡੇ ਨੂੰ ਆਪੇ ਛੁਡਵਾ ਲਵਾਂਗੇ। ਮੈਂ ਸਵੇਰ ਹੀ ਪਾਕਿਸਤਾਨ ਆ ਜਾਣਾ, ਅਸੀਂ ਆਪਣੇ ਮੁੰਡੇ ਨੂੰ ਪਾਕਿਸਤਾਨ ਆ ਕੇ ਛੁਡਵਾ ਲੈਣਾ, ਸਾਡਾ ਮੁੰਡਾ ਕਿਸੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਮੁਲਵਸ ਨਹੀਂ ਹੈ। ਇਹਨਾਂ ਨੇ ਕਿਹਾ ਜੀ ਨਹੀਂ 6 ਮਹੀਨੇ ਪੁਰਾਣਾ ਇੱਥੇ ਕੇਸ ਹੈ, 3-4 ਦਿਨ ਹੋ ਗਏ ਇਹਦੇ ਉੱਪਰ ਰੈਕੀ ਲੱਗ ਰਹੀ ਹੈ ਤੇ ਲਿਹਾਜ਼ਾ ਬੜੀ ਮੁਸ਼ਕਲ ਜਿਹੜਾ ਨਾ ਉਹ ਸਾਡੇ ਹੱਥੀ ਚੜਿਆ ਵਾ। ਅੱਛਾ, ਤੁਹਾਡਾ ਭਾਈ ਦੁਬਈ ਰਹਿੰਦਾ ਹੈਗਾ? ਜੀ ਮੇਰੇ 2 ਭਾਈ ਦੁਬਈ ਦੇ ਵਿੱਚ ਮੁਕੀਮ ਹੈ, ਮੈਂ ਖੁਦ ਵੀ ਦੁਬਈ ਦੇ ਵਿੱਚ ਕੰਮ ਕਰਕੇ ਮੈਂ ਪਾਕਿਸਤਾਨ 'ਚ ਪੇਪਰ ਦੇਣ ਆਇਆ ਹਾਂ ਆਪਣੀ ਸਟੱਡੀ ਦੇ। ਅੱਛਾ, ਫਿਰ ਕਿੱਦਾਂ ਤੁਹਾਡੀ ਜਾਨ ਛੁੱਟੀ, ਕਿੱਥੋਂ ਆ ਗਏ ਤੁਹਾਨੂੰ ਨੇ ਕਹੀ ਠੀਕ ਹੈ ਹੁਣ ਤੁਹਾਨੂੰ ਛੱਡ ਦੇਣੇ? ਸਰ ਇਹਨਾਂ ਨੇ ਜਦੋਂ ਮੇਰੇ ਘਰਦਿਆਂ ਕੋਲੋਂ 10.5 ਲੱਖ ਰੁਪਇਆ ਲੈ ਲਿਆ, 23,000 ਰੁਪਇਆ ਵਾਲਟ ਮੇਰੇ ਵਾਲਟ ਦੇ ਵਿੱਚੋਂ ਅਮਜਦ ਨੇ ਮੇਰੇ ਅੱਖਾਂ ਦੇ ਸਾਹਮਣੇ ਜਿਹਨਾਂ ਨੂੰ ਮੇਰੇ ਵਾਲਟ ਦੇ ਵਿੱਚੋਂ ਕੱਢਿਆ 23,000 ਰੁਪਇਆ, 27,500 ਰੁਪਇਆ ਅਮਜਦ ਨੇ ਹੀ ਮੇਰੇ ਮੋਬਾਈਲ ਤੋਂ ਸਿਟੀ ਥਾਣੇ ਦੇ ਕੁਆਟਰਾਂ ਦੇ ਵਿੱਚ ਬੈਠ ਕੇ ਮੇਰੇ ਮੋਬਾਈਲ ਤੋਂ ਫਰਕ ਨਵਾਜ਼ ਦੇ ਅਕਾਊਂਟ ਦੇ ਵਿੱਚੋਂ 27,500 ਰੁਪਇਆ ਮੇਰੇ ਮੋਬਾਈਲ ਤੋਂ ਈਜ਼ੀ ਪੈਸਾ ਤੋਂ ਟ੍ਰਾਂਸਫਰ ਕੀਤਾ। ਮੇਰੇ ਘਰ ਵਾਲਿਆਂ ਕੋਲ 7,35,000 ਰੁਪਇਆ ਬਜ਼ਰੀਆ 2 ਟ੍ਰਾਂਜੈਕਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਲਿਆ, ਜਿਹੜਾ ਮੇਰੇ ਬਹਿਨੋਈ ਦੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਤੇ ਉਹਨਾਂ ਨੇ ਫਿਰ ਤੁਹਾਨੂੰ ਛੱਡਿਆ ਕਿੱਥੇ ਤੁਹਾਨੂੰ ਰਾਹ ਛੱਡ ਕੇ ਚਲੇ ਗਏ? ਠੀਕ ਤੁਸੀਂ ਆਜ਼ਾਦ ਹੋ? ਮੈਨੂੰ ਇਹਨਾਂ ਨੇ ਸਿਟੀ ਥਾਣੇ ਦੇ ਵਿੱਚ ਗੱਡੀ ਦੇ ਵਿੱਚ ਬਿਠਾ ਕੇ ਮੈਨੂੰ ਬਾਹਰ ਲੈ ਕੇ ਨਾ ਫਰਕ ਨਵਾਜ਼ ਦੇ ਕੋਲੇ ਮੈਨੂੰ ਡਾਲੇ ਦੇ ਵਿੱਚ ਫਰਕ ਨਵਾਜ਼ ਦੇ ਡਾਲੇ ਦੇ ਵਿੱਚ ਮੈਨੂੰ ਇਹਨਾਂ ਨੇ ਬਿਠਾਇਆ। ਉੱਥੇ ਮੇਰੇ ਕੋਲ ਇਹਨਾਂ ਨੇ ਇੱਕ ਵੀਡੀਓ ਰਿਕਾਰਡ ਲਈ ਕਿ ਤੇਰੀ ਕੋਈ ਚੀਜ਼ ਸਾਡੇ ਕੋਲ ਹੈਗੀ ਜਾਂ ਨਹੀਂ। ਮੈਂ ਉਸ ਦੇ ਵਿੱਚ ਦੱਸਿਆ ਕਿ ਮੇਰਾ ਲੈਪਟਾਪ ਤੇ ਮੇਰੇ ਪੈਸੇ ਤੇ ਮੇਰਾ ਵਾਲਟ ਇਹਨਾਂ ਦੇ ਕੋਲ ਹੈ। ਫਿਰ ਇਹਨਾਂ ਨੇ ਮੈਨੂੰ ਵਾਲਟ ਪਕੜਾਉਣ ਤੋਂ ਬਾਅਦ ਇਹਨਾਂ ਨੇ ਨਾਲ ਹੀ ਥੱਪੜ ਮਾਰਿਆ ਅਮਜਦ ਨੇ। ਇਹਨੇ ਕਿਹਾ ਕਿ ਜਿਹੜੀ ਤੀਜੇ ਨੂੰ ਅਸੀਂ ਗੱਲ ਕਹੀ ਕਿ ਤੂੰ ਅਗਰ ਇੱਕ ਵੀ ਲਫ਼ਜ਼ ਉੱਪਰ ਨੀਚੇ ਹੋਇਆ, ਨਾ ਮੈਨੂੰ ਟਾਰਚਰ ਦੇ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਸਾਡੇ ਅਲਫਾਜ਼ ਤੋਂ ਇੱਕ ਵੀ ਲਫ਼ਜ਼ ਉੱਪਰ ਨੀਚੇ ਤੂੰ ਬੋਲਿਆ ਤੇ ਤੇਰੀ ਲਾਸ਼ ਵੀ ਤੇਰੇ ਘਰ ਦੇ ਨੂੰ ਨਹੀਂ ਲੱਭਣੀ। ਇਹ ਬਾਰ-ਬਾਰ ਇਸੇ ਗੱਲ ਦੀਆਂ ਮੈਨੂੰ ਧਮਕੀਆਂ ਦੇ ਨਾਲ ਮੇਰੇ ਸਾਹਮਣੇ ਪਿਸਟਲ ਜਿਹੜਾ ਹੈ ਨਾ ਉਹ ਬਾਰ-ਬਾਰ ਕਰੀ ਉੱਪਰ ਨੀਚੇ ਜਿਹੜਾ ਉਹਨਾਂ ਦਾ ਬਲਟ ਕਰਦੇ ਸਨ। ਮੈਨੂੰ ਇਹ ਪਿਸਟਲ ਤੋਂ ਵੀ ਤੇ ਮੈਨੂੰ ਜਿਹੜਾ ਨਾ ਉਹ ਹਰਾਸਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਟਾਰਚਰ ਕਰਦੇ ਸਨ, ਡਰਾਉਂਦੇ ਸਨ। ਹਲੋ, ਤੁਸੀਂ ਸੁਣਿਆ ਕਿ ਇੱਕ ਸਟੂਡੈਂਟ ਹਾਫਿਜ਼ ਕੁਰਾਨ ਸੀਗਾ ਜਿਹਨੂੰ 2 CIA ਦੇ ਅਹਿਲਕਾਰਾਂ ਨੇ ਪਹਿਲੇ ਅਗਵਾ ਕੀਤਾ, ਝੂਠਾ FIA ਦਾ ਨਾਮ ਲੈ ਕੇ ਕਿ ਅਸੀਂ ਮੁਲਤਾਨ ਤੋਂ FIA ਦੇ ਆ, ਇਹਨਾਂ ਨੇ ਕੋਈ ਫਰਾਡ ਕੀਤਾ ਜਿਹਦੇ ਬਦਲੇ ਅਸੀਂ ਇਹਨਾਂ ਨੂੰ ਚੁੱਕ ਲਿਆ ਵਾ ਤੇ ਹੁਣ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਕਿ ਇਹ ਤੁਹਾਨੂੰ ਛੱਡ ਦਈਏ। ਬੰਦੇ 30 ਲੱਖ ਦੀ ਡਿਮਾਂਡ ਦਿੱਤੀ ਗਈ ਜਿਹਦੇ ਵਿੱਚ 10 ਲੱਖ 35,000 ਰੁਪਏ ਇਹਨਾਂ ਨੂੰ ਮਿਲਿਆ, ਉਸ ਤੋਂ ਬਾਅਦ ਇਹਨੂੰ ਛੱਡ ਦਿੱਤਾ ਗਿਆ। ਸਾਰੀ ਕਹਾਣੀ ਤੇ ਤੁਸੀਂ ਸੁਣ ਲਈ ਹੈ, ਇਹਦੇ ਵਿੱਚ ਕਸੂਰਵਾਰ ਕੌਣ ਆ, ਕਿਹੜਾ ਮੁਲਜ਼ਮ ਆ, ਕੀ ਇਹਦੀ ਸਾਰੀ ਕਹਾਣੀ FIR ਦਰਜ ਹੋਈ ਆ। ਹੁਣ ਅਸੀਂ ਇਹ ਵੇਖਦੇ ਕਿ ਮੁਲਜ਼ਮ ਗ੍ਰਿਫਤਾਰ ਹੁੰਦੇ ਵਾ, ਇਹਨਾਂ ਨੂੰ ਇਨਸਾਫ ਮਿਲਦਾ ਵਾ ਜਾਂ ਨਹੀਂ ਮਿਲਦਾ।